ਜਿਹੜੀ ਇੱਥੇ ਸੰਗਤ ਬੈਠੀ ਆ, ਚਾਹੇ ਨੌਜਵਾਨ ਆ, ਚਾਹੇ ਸਾਡੇ ਹੋਰ ਬਜ਼ੁਰਗ ਵੀ ਬੈਠੇ ਆ, ਉਹਨਾਂ ਨੂੰ ਜੋੜ ਕੇ ਰੱਖਣ ਲਈ, ਇਸ ਲਾਮਬੰਦੀ ਨੂੰ ਮਜ਼ਬੂਤ ਕਰਨ ਲਈ ਕੁਝ ਪ੍ਰੋਗਰਾਮ ਦੇਣਾ ਚਾਹੀਦਾ। ਪ੍ਰੋਗਰਾਮ ਕੱਲਾ ਪ੍ਰੈਸ਼ਰ ਪੁਆਇੰਟਸ ਕ੍ਰੀਏਟ ਕਰਨ ਵਾਸਤੇ ਨਹੀਂ ਹੁੰਦਾ, ਇੱਕ ਪੋਲੀਟੀਕਲ ਅਵੇਅਰਨੈਸ ਵੀ ਹੁੰਦੀ ਹੈ। 6 ਜਨਵਰੀ ਨੂੰ KMP ਜਿਹੜਾ ਕੁੰਡਲੀ ਮਾਨੇਸਰ ਪਲਵਲ ਰਿੰਗ ਰੋਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਤੇ ਟਰੈਕਟਰ ਮਾਰਚ ਕਰਨਾ ਹੈ। ਜੇ ਉਹ ਇਹ ਪ੍ਰੋਗਰਾਮ ਦਿੰਦੇ ਨੇ ਕਿ ਦੀਪ ਸਿੱਧੂ ਹੋਰੀ ਉਹਦੇ ਵਿੱਚ ਸ਼ਾਮਲ ਹੁੰਦੇ ਨੇ, ਟਰੈਕਟਰਸ ਆ ਜਿਹੜੇ ਉਹ ਅਸੀਂ ਬਾਰ-ਬਾਰ ਭਜਾਈ ਫਿਰਾਂਗੇ ਸੜਕ ਤੇ, ਹਨਾ, ਤਾਂ ਉਹਦਾ ਕੋਈ ਮਕਸਦ ਜੇ ਅਸੀਂ ਕਹੀਏ ਵੀ ਉਹਦੇ ਨਾਲ ਸਾਡਾ ਕੋਈ ਹੱਲ ਹੋਊਗਾ, ਨਾ ਤਾਂ ਉਹਨੇ ਪ੍ਰੈਸ਼ਰ ਪੁਆਇੰਟ ਕ੍ਰੀਏਟ ਕਰਨਾ, ਨਾ ਹੀ ਸਾਡਾ ਨੈਰੇਟਿਵ ਥਰੋ ਕਰਨਾ। ਪੁੱਛਿਆ ਸੀ ਜੋਗਿੰਦਰ ਸਿੰਘ ਉਗਰਾਹਾਂ ਨੂੰ, ਉਹ ਕਹਿੰਦੇ ਅਸੀਂ ਹਰਿਆਣਾ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਹਰਿਆਣਾ ਦੇ ਲੋਕ ਵੱਧ ਤੋਂ ਵੱਧ ਉੱਠਣ ਤਾਂ ਉੱਥੇ ਜਾ ਕੇ ਕੱਢਿਆ ਉਹ। ਨਹੀਂ, ਜਾਗਰੂਕਤਾ ਦੀ ਸਾਨੂੰ ਲੋੜ ਹੈ। ਮੈਨੂੰ ਦੱਸੋ ਤੁਸੀਂ ਇਸ ਮੋਰਚੇ ਚੋਂ ਜਿੰਨੀ ਜਾਗਰੂਕਤਾ ਪੈਦਾ ਕਰਤੀ ਅਸੀਂ, ਉਦੋਂ ਵੱਡੀ ਜਾਗਰੂਕਤਾ ਕੀ ਪੈਦਾ ਕਰ ਲਾਂਗੇ ਅਸੀਂ? ਇੱਕ ਟਰੈਕਟਰ ਮਾਰਚ ਕੱਢ ਕੇ ਜਾਗਰੂਕਤਾ ਤਾਂ ਨਹੀਂ ਪੈਦਾ ਕਰ ਸਕਦੇ। ਪ੍ਰੋਗਰਾਮ ਜਿਹੜੇ ਪ੍ਰਭਾਵਸ਼ਾਲੀ ਹੋਣ ਉਹ ਦੇਣ ਤੋਂ ਭੱਜਣਾ ਨਹੀਂ ਚਾਹੀਦਾ। ਜੇ ਅਸੀਂ ਐਵੇਂ ਡੰਗ ਟਪਾਉਣਾ ਤਾਂ ਫਿਰ ਸੰਗਤ ਦਾ ਇਹ ਆਵਾਜ਼ ਕਹੂਗੀ ਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਇਹ ਸੰਘਰਸ਼ ਹੁਣ 38ਵੇਂ 39ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਬਾਈ ਦੀਪ ਸਿੱਧੂ ਹੋਰੀ ਸਾਡੇ ਨਾਲ ਨੇ। ਲਗਾਤਾਰ ਪੰਜਾਬ ਤੋਂ ਤੁਰਦੇ ਤੁਰਦੇ ਦਿੱਲੀ ਦੇ ਵਿੱਚ ਵੀ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਪ੍ਰੋਗਰਾਮ ਨਵੇਂ ਉਲੀਕੇ ਜਾ ਰਹੇ ਨੇ, ਮੀਟਿੰਗਾਂ ਹੋ ਰਹੀਆਂ ਨੇ, ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ। 4 ਜਨਵਰੀ ਨੂੰ ਮੁੜ ਤੋਂ ਮੀਟਿੰਗ ਹੈ। 4 ਮੰਗਾਂ ਰੱਖੀਆਂ ਗਈਆਂ ਸੀਗੀਆਂ, 2 ਮੰਗਾਂ ਕਹਿੰਦੇ ਥੋੜੀ ਜਿਹੀ ਸਹਿਮਤੀ ਬਣੀ ਹੈ, 2 ਤੇ ਹਜੇ ਜਾਰੀ ਹੈ। ਅੱਜ ਨਵਾਂ ਪ੍ਰੋਗਰਾਮ ਦਿੱਤਾ ਗਿਆ ਦਿੱਲੀ ਦੇ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨੀ ਹੈ। ਇਹ ਸਾਰੀਆਂ ਗੱਲਾਂ ਨੂੰ ਤੁਸੀਂ ਹੁਣ ਤੱਕ ਕਿਵੇਂ ਦੇਖਦੇ ਹੋ? ਪਹਿਲਾਂ ਦੇਖੋ, ਪਹਿਲਾਂ ਜਿਹੜਾ ਪ੍ਰੋਗਰਾਮ ਅੱਜ ਦਿੱਤਾ ਗਿਆ ਵੀ 26 ਜਨਵਰੀ ਨੂੰ ਪਰੇਡ ਕਰਨੀ ਆ, ਉਹ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ, ਇਹਦੀ ਮੈਨੂੰ ਜਾਣਕਾਰੀ ਨਹੀਂ ਹੈ। ਪਰ ਹਜੇ ਤੱਕ ਸਾਡੇ ਜਥੇਬੰਦੀਆਂ ਦੇ ਆਗੂ ਸਾਡੀ ਅਗਵਾਈ ਕਰ ਰਹੇ ਆ ਤੇ ਉਹਨਾਂ ਨੂੰ ਜਿਹੜੀ ਇੱਥੇ ਸੰਗਤ ਬੈਠੀ ਆ, ਚਾਹੇ ਨੌਜਵਾਨ ਆ, ਚਾਹੇ ਸਾਡੇ ਹੋਰ ਬਜ਼ੁਰਗ ਵੀ ਬੈਠੇ ਆ, ਉਹਨਾਂ ਨੂੰ ਜੋੜ ਕੇ ਰੱਖਣ ਲਈ, ਇਸ ਲਾਮਬੰਦੀ ਨੂੰ ਮਜ਼ਬੂਤ ਕਰਨ ਲਈ ਕੁਝ ਪ੍ਰੋਗਰਾਮ ਦੇਣਾ ਚਾਹੀਦਾ। ਪ੍ਰੋਗਰਾਮ ਕੱਲਾ ਪ੍ਰੈਸ਼ਰ ਪੁਆਇੰਟਸ ਕ੍ਰੀਏਟ ਕਰਨ ਵਾਸਤੇ ਨਹੀਂ ਹੁੰਦਾ, ਇੱਕ ਪੋਲੀਟੀਕਲ ਅਵੇਅਰਨੈਸ ਵੀ ਹੁੰਦੀ ਹੈ ਹਨਾ, ਸਾਡੇ ਨੈਰੇਟਿਵ ਦੀ ਅਵੇਅਰਨੈਸ ਦਾ ਪ੍ਰੋਗਰਾਮ ਵੀ ਹੁੰਦਾ। ਕਿਉਂਕਿ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਹੁਣ, ਉੱਥੇ ਨੈਰੇਟਿਵ ਨੂੰ ਜਾਂ ਗੱਲਾਂ ਨੂੰ ਤੁਹਾਨੂੰ ਸਮਝਾਉਣਾ ਨਹੀਂ ਪੈ ਰਿਹਾ, ਬੜੀ ਛੇਤੀ ਅਡਾਪਟ ਹੋ ਰਹੀਆਂ ਗੱਲਾਂ ਹਨਾ। ਜਿਹੜੀਆਂ ਗੱਲਾਂ ਲਈ ਤੁਹਾਨੂੰ 2-2 ਘੰਟੇ ਲਾਉਣੇ ਪੈਂਦੇ ਸੀ ਜਾਂ ਸ਼ੰਭੂ ਮੋਰਚੇ 'ਚ ਮੈਂ ਆਪ ਮਹਿਸੂਸ ਕੀਤਾ, ਹੋ ਸਕਦਾ ਤੁਹਾਨੂੰ ਘੰਟਾ ਗੱਲ ਕਰਨੀ ਪੈਂਦੀ ਸੀ, ਹੁਣ 5 ਮਿੰਟਾਂ 'ਚ ਹੀ ਗੱਲ ਸਮਝ ਲੈਂਦੇ ਆ। ਉਹ ਸਪੇਸ ਬਣ ਗਈ, ਕ੍ਰੀਏਟ ਹੋ ਰੱਖੀ ਆ। ਕਿਉਂਕਿ ਇੱਕਦਮ ਹੀ ਤੁਸੀਂ ਦੇਖੋ ਜਿਹੜੀ ਸਾਡੀ ਸੰਗਤ ਦੀ ਅਵੇਅਰਨੈਸ ਆ, ਪੋਲੀਟੀਕਲ ਅਵੇਅਰਨੈਸ ਆ, ਉਹ ਕਿੱਥੋਂ ਕਿੱਥੇ ਆ ਕੇ ਖੜੀ ਹੋ ਗਈ। ਇੱਕ ਸਵਾਲ ਹੈ ਕਿ ਤੁਹਾਨੂੰ ਕਿਉਂ ਲੱਗਦਾ ਹੈ ਵੀ ਜਿਹੜੀ ਲੀਡਰਸ਼ਿਪ ਹੈ ਜਾਂ ਸਟੇਜ ਹੈ ਉਹਦੇ ਨਾਲ ਸੰਗਤ ਦਾ ਰਾਬਤਾ ਘੱਟ ਹੈ, ਜਾਂ ਜਿਹੜੀ ਵਿੱਚ ਡਿਸਕਨੈਕਟੀਵਿਟੀ ਕਿਉਂ ਹੈ? ਜੀ ਮੈਨੂੰ ਨਹੀਂ ਲੱਗਦਾ, ਇਹ ਸੰਗਤ ਦੀ ਆਵਾਜ਼ ਆ। ਔਰ ਮੈਂ ਲਗਾਤਾਰ ਇੱਥੇ ਸੰਗਤ ਨੂੰ ਮਿਲਦਾ, ਆਪਾਂ ਜਿੱਥੇ ਖੜੇ ਆ ਇਦੋਂ ਪਿੱਛੇ ਵੀ ਸੰਗਤ ਬਹੁਤ ਬੈਠੀ ਹੈ, ਕਈ ਕਿਲੋਮੀਟਰਾਂ 'ਚ ਕਾਫਲਾ ਹਨਾ। ਤੇ ਸਟੇਜ ਦਾ ਜਿਹੜਾ ਇੱਕ ਪ੍ਰਭਾਵ ਆ ਉਹ 100-200 ਮੀਟਰ ਤੱਕ ਖਤਮ ਹੋ ਜਾਂਦਾ। ਉਦੋਂ ਬਾਅਦ ਵੀ ਇੱਕ ਬਹੁਤ ਲੰਬੀ ਸੰਗਤ ਬੈਠੀ ਆ ਤੇ ਪਿੱਛੇ ਜਦੋਂ ਮੈਂ ਜਾਣਾ ਸੰਗਤ ਨੂੰ ਮਿਲਦਾ, ਉਹ ਕਹਿੰਦੇ ਆ ਵੀ ਜੀ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਉੱਥੇ ਚੱਲ ਕੀ ਰਿਹਾ। ਜਦੋਂ ਆਹ ਗੱਲ ਆਉਣ ਲੱਗ ਜੇ ਤੇ ਫਿਰ ਅਸੀਂ ਮਹੀਨਾ ਹੋ ਗਿਆ ਬੈਠਿਆਂ ਨੂੰ। ਦੇਖੋ, ਸਾਡਾ ਸਬਰ ਵੀ ਪਰਖਿਆ ਜਾਊਗਾ, ਸਾਡਾ ਏਕਾ ਵੀ ਪਰਖਿਆ ਜਾਊਗਾ, ਸਿਦਕ ਵੀ ਪਰਖੇ ਜਾਣਗੇ। ਸੋ ਇਸ ਕਰਕੇ ਸਾਰੇ ਮੋਰਚੇ 'ਚ ਸਾਡਾ ਜਿਹੜਾ ਇੱਕ ਤਰ੍ਹਾਂ ਦਾ ਨੈਰੇਟਿਵ ਜਾਣਾ, ਜਾਂ ਅਸੀਂ ਹੁਣ ਕਰ ਕੀ ਰਹੇ ਆ, ਸਾਡੀ ਰਣਨੀਤੀ ਕੀ ਆ, ਨਵੇਂ ਪ੍ਰੋਗਰਾਮ ਕੀ ਆ, ਇਹ ਪਤਾ ਹੋਣੇ ਚਾਹੀਦੇ ਆ। ਸੋ ਇਹਦੇ ਲਈ ਜੇ ਸਾਡੇ ਜਥੇਬੰਦਕ ਢਾਂਚਾ ਜਿਹੜਾ ਜਥੇਬੰਦੀਆਂ ਦਾ, ਉਹਨਾਂ ਕੋਲੇ ਤਾਂ ਕੈਡਰ ਆ ਨਾ ਆਪਦਾ ਪੂਰਾ ਇੱਕ, ਤਾਂ ਨੁੱਕੜ ਮੀਟਿੰਗਾਂ ਸ਼ੁਰੂ ਹੋ ਸਕਦੀਆਂ ਹਨਾ, ਤੇ ਉਹਨਾਂ ਤੋਂ ਸੁਝਾਅ ਵੀ ਮਿਲਣਗੇ। ਪਰ ਉਹ ਕਹਿੰਦੇ ਕਿ ਅਸੀਂ 30-32 ਜਥੇਬੰਦੀਆਂ ਨੇ ਤਾਂ ਉਹਨਾਂ ਦੇ ਆਪਣੇ ਜਿਹੜੇ ਕੈਡਰ ਆ, ਉਹਨਾਂ ਦਾ ਆਪਣੇ ਉਹਨਾਂ ਦੇ ਨਾਲ ਲੋਕ ਜੁੜੇ ਹੋਏ ਨੇ, ਉਹਨਾਂ ਨਾਲ ਆਪਸ 'ਚ ਮੀਟਿੰਗਾਂ ਕਰਦੇ ਨੇ, ਫਿਰ ਉਹ ਆਪ 32 ਦੇ 32 ਆਗੂ ਆਪ ਮੀਟਿੰਗਾਂ ਕਰਦੇ ਨੇ, ਫਿਰ ਉਹਦੇ ਵਿੱਚੋਂ ਕੋਈ ਅਗਲਾ ਪ੍ਰੋਗਰਾਮ ਦਿੱਤਾ ਜਾਂਦਾ। ਨਹੀਂ ਜੀ, ਦੇਖੋ ਪ੍ਰੋਗਰਾਮ ਉਹ ਮੀਟਿੰਗਾਂ ਉੱਥੇ ਹੀ ਹੋ ਜਾਂਦੀਆਂ ਨਾ, ਸਟੇਜ ਦੇ ਕੋਲੇ ਹੀ ਮੀਟਿੰਗਾਂ ਹੋ ਜਾਂਦੀਆਂ। ਮੈਂ ਉਸ ਮੀਟਿੰਗ ਦੀ ਗੱਲ ਨਹੀਂ ਕਰ ਰਿਹਾ, ਉਹ ਤਾਂ ਬਿਲਕੁਲ ਜਿਹੜਾ ਮੀਟਿੰਗਾਂ ਕਰਦੇ ਆ ਉਹਦੇ 'ਚੋਂ ਪ੍ਰੋਗਰਾਮ ਦਿੰਦੇ ਆ, ਆਪਾਂ ਉਹਦਾ ਤਾਂ ਖਿਲਾਫਤ ਨਹੀਂ ਨਾ ਕਰ ਰਹੇ। ਆਪਾਂ ਇਹ ਕਰ ਰਹੇ ਹਾਂ ਵੀ ਇੱਕ ਨੁੱਕੜ ਮੀਟਿੰਗਾਂ ਸ਼ੁਰੂ ਹੋਣ, ਜਿਹੜੀ ਆ ਇੱਕ ਡਿਸਕਨੈਕਟ ਪੈਦਾ ਹੋ ਰਿਹਾ ਸੰਗਤ 'ਚ, ਜਿਹੜੀ ਬਾਰ-ਬਾਰ ਇਹ ਗੱਲ ਉੱਠ ਰਹੀ ਆ ਵੀ ਪ੍ਰੋਗਰਾਮ ਨਹੀਂ ਦਿੱਤੇ ਜਾ ਰਹੇ ਨਵੇਂ। ਇਹ ਆਮ ਸੰਗਤ ਦੀ ਗੱਲ ਆ ਹੁਣ, ਸੇ ਇਸ ਗੱਲ ਨੂੰ ਸਾਨੂੰ ਸਮਝਣਾ ਵੀ ਪਊਗਾ। ਤੇ ਅਗਲੀ ਗੱਲ ਉੱਠ ਰਹੀ ਆ ਵੀ ਤੁਸੀਂ ਜਿਹੜੀ
ਆਪਦਾ ਨੈਰੇਟਿਵ ਆ ਜਾਂ ਅਸੀਂ ਚਾਹ ਕੀ ਰਹੇ ਆ, ਸਾਡੀ ਰਣਨੀਤੀ ਕੀ ਆ, ਉਹਦੇ 'ਚ ਅਸੀਂ ਇਨਵੋਲਵ ਹੀ ਨਹੀਂ ਆ। ਬਹੁਤ ਲੋਕਾਂ ਨੂੰ ਇਹ ਲੱਗ ਰਿਹਾ ਵੀ ਸਾਨੂੰ ਤਾਂ ਪਤਾ ਹੀ ਕੁਛ ਨਹੀਂ। ਥੋੜਾ ਜਿਹਾ ਪ੍ਰੋਗਰਾਮ ਦਿੱਤੇ ਨੇ ਉਹਨਾਂ ਨੇ, ਇੱਕ ਪ੍ਰੋਗਰਾਮ ਦਿੱਤਾ ਹੈ ਹੁਣ ਕਿ ਜੇ 4 ਜਨਵਰੀ ਦੀ ਮੀਟਿੰਗ ਸਫਲ ਨਹੀਂ ਰਹਿੰਦੀ ਹੈਗੀ ਤਾਂ 6 ਜਨਵਰੀ ਨੂੰ KMP ਜਿਹੜਾ ਕੁੰਡਲੀ ਮਾਨੇਸਰ ਪਲਵਲ ਰਿੰਗ ਰੋਡ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੇ ਤੇ ਟਰੈਕਟਰ ਮਾਰਚ ਕਰਨਾ ਹੈ। ਜੇ ਉਹ ਇਹ ਪ੍ਰੋਗਰਾਮ ਦਿੰਦੇ ਨੇ ਕੀ ਦੀਪ ਸਿੱਧੂ ਹੋਰੀ ਉਹਦੇ ਵਿੱਚ ਸ਼ਾਮਲ ਹੁੰਦੇ ਨੇ? ਉਸ ਮੈਂ ਤਾਂ ਹਰ ਪ੍ਰੋਗਰਾਮ 'ਚ ਸ਼ਾਮਲ ਆ, ਜੋ ਵੀ ਜਥੇਬੰਦੀ ਸਾਡੇ ਆਗੂ ਪ੍ਰੋਗਰਾਮ ਦੇਣਗੇ ਉਹਦੇ 'ਚ ਹਰ ਪ੍ਰੋਗਰਾਮ 'ਚ ਸ਼ਾਮਲ ਆ। ਪਰ ਉਹ ਟਰੈਕਟਰ ਮਾਰਚ ਦੇਖੋ ਅਸੀਂ ਸ਼ਾਮਲ ਤਾਂ ਹੈਗੇ ਹੀ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਉਹਨੂੰ ਪ੍ਰਵਾਨ ਐਂ ਮੰਨ ਲਈਏ ਵੀ ਉਹਦੇ ਬਾਰੇ ਅਸੀਂ ਸੋਚੀਏ ਨਾ ਉਹਦਾ ਇੰਪੈਕਟ ਕੀ ਪਊਗਾ, ਪ੍ਰਭਾਵ ਕੀ ਲੱਗਦਾ, ਉਹਦਾ ਪ੍ਰਭਾਵ ਕੀ ਲੱਗਦਾ? ਨਹੀਂ, ਉਹਦਾ ਪ੍ਰਭਾਵ ਇਹ ਆ ਵੀ ਉੱਥੇ ਟਰੈਕਟਰਸ ਆ ਜਿਹੜੇ ਉਹ ਅਸੀਂ ਬਾਰ-ਬਾਰ ਭਜਾਈ ਫਿਰਾਂਗੇ ਹਨਾ, ਤਾਂ ਉਹਦਾ ਕੋਈ ਮਕਸਦ ਜੇ ਅਸੀਂ ਕਹੀਏ ਵੀ ਉਹਦੇ ਨਾਲ ਸਾਡਾ ਕੋਈ ਹੱਲ ਹੋਊਗਾ, ਨਾ ਤਾਂ ਉਹਨੇ ਪ੍ਰੈਸ਼ਰ ਪੁਆਇੰਟ ਕ੍ਰੀਏਟ ਕਰਨਾ, ਨਾ ਹੀ ਸਾਡਾ ਨੈਰੇਟਿਵ ਥਰੋ ਕਰਨਾ। ਇੱਕ ਅੱਜ ਵੀ ਟਰੈਕਟਰ ਮਾਰਚ ਕੱਢਿਆ ਗਿਆ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਦੀ ਅਗਵਾਈ ਦੇ ਵਿੱਚ 1000 ਤੋਂ ਵੱਧ ਟਰੈਕਟਰ ਅਸੀਂ ਕਵਰ ਵੀ ਕਰਕੇ ਆਏ ਆ। ਤਾਂ ਉਹ ਟਰੈਕਟਰ ਜਿਹੜੇ ਨੇ ਝੱਜਰ ਤੋਂ ਹੁੰਦੇ ਹੋਏ ਸ਼ਾਹਜਹਾਂਪੁਰ ਵੱਲ ਨੂੰ ਜਾ ਰਹੇ ਨੇ ਰਾਜਸਥਾਨ ਦੇ ਵਿੱਚ। ਹਾਂਜੀ, ਸੋ ਉਹਦਾ ਕੋਈ ਤੁਹਾਨੂੰ ਮੈਨੂੰ ਇਹ ਦੱਸੋ ਵੀ ਜੇ ਤੁਹਾਨੂੰ ਲੱਗਦਾ ਵੀ ਉਹਦਾ ਇੰਪੈਕਟ ਕੋਈ ਪੈ ਗਿਆ ਸਰਕਾਰ ਤੇ? ਪੁੱਛਿਆ ਸੀ ਜੋਗਿੰਦਰ ਸਿੰਘ ਉਗਰਾਹਾਂ ਨੂੰ, ਉਹ ਕਹਿੰਦੇ ਅਸੀਂ ਹਰਿਆਣਾ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿ ਹਰਿਆਣਾ ਦੇ ਲੋਕ ਵੱਧ ਤੋਂ ਵੱਧ ਉੱਠਣ ਤਾਂ ਉੱਥੇ ਜਾ ਕੇ ਕੱਢਿਆ ਉਹ, ਤਾਂ ਸਹਿਜਾਨਪੁਰ ਵੱਲ ਨੂੰ ਜਾ ਰਹੇ। ਨਹੀਂ, ਜਾਗਰੂਕਤਾ ਦੀ ਸਾਨੂੰ ਲੋੜ ਹੈ, ਮੈਨੂੰ ਦੱਸੋ ਤੁਸੀਂ। ਜਾਗਰੂਕਤਾ ਇਸ ਮੋਰਚੇ ਚੋਂ ਜਿੰਨੀ ਜਾਗਰੂਕਤਾ ਪੈਦਾ ਕਰਤੀ ਅਸੀਂ, ਉਦੋਂ ਵੱਡੀ ਜਾਗਰੂਕਤਾ ਕੀ ਪੈਦਾ ਕਰ ਲਾਂਗੇ ਅਸੀਂ? ਇੱਕ ਟਰੈਕਟਰ ਮਾਰਚ ਕੱਢ ਕੇ ਜਾਗਰੂਕਤਾ ਤਾਂ ਨਹੀਂ ਪੈਦਾ ਕਰ ਸਕਦੇ ਨਾ। ਸੋ ਮੈਨੂੰ ਐਂ ਲੱਗਦਾ ਸਾਨੂੰ ਪ੍ਰੋਗਰਾਮ ਜਿਹੜੇ ਪ੍ਰਭਾਵਸ਼ਾਲੀ ਹੋਣ ਉਹ ਦੇਣ ਤੋਂ ਭੱਜਣਾ ਨਹੀਂ ਚਾਹੀਦਾ। ਜੇ ਅਸੀਂ ਐਵੇਂ ਡੰਗ ਟਪਾਉਣਾ ਤਾਂ ਫਿਰ ਸੰਗਤ ਤਾਂ ਇਹ ਆਵਾਜ਼ ਕਹੂਗੀ ਨਾ। 2-3 ਪ੍ਰੋਗਰਾਮ ਚੱਲ ਰਹੇ ਨੇ, ਇੱਕ ਭੁੱਖ ਹੜਤਾਲ ਦਾ ਪ੍ਰੋਗਰਾਮ ਚੱਲਦਾ, 24 ਘੰਟੇ ਭੁੱਖ ਹੜਤਾਲ ਕਰਦੇ ਨੇ ਆਗੂ, 11 ਵਜੇ ਬੈਠ ਜਾਂਦੇ ਨੇ 11 ਆਗੂ, ਅਗਲੇ 11 ਵਜੇ ਤੱਕ ਬੈਠਦੇ ਨੇ, ਉਹਦਾ ਇੰਪੈਕਟ ਕੀ ਮੰਨਦੇ ਹੋ? ਨਹੀਂ, ਮੈਂ ਇੱਕ ਗੱਲ ਇਹ ਕਹਿਣਾ ਜੀ, ਸਾਡੀ ਜਿਹੜੀ ਤੁਸੀਂ ਤੁਹਾਡੀ ਸੰਗਤ ਜਿਹੜੀ ਤੁਹਾਨੂੰ ਮਿਲਦੀ ਹੈ ਕੀ ਕਹਿੰਦੀ ਹੈ ਇਹਦੇ ਬਾਰੇ? ਮੈਂ ਤਾਂ ਉਹ ਇਹ ਕਹਿੰਦੇ ਆ, ਮੇਰੀ ਉਹੀ ਤੁਹਾਨੂੰ ਦੱਸਦਾ ਨਾ ਜੀ, ਸਾਡੇ ਸੰਘਰਸ਼ ਆ ਜਿਹੜੇ ਜਾਂ ਸਾਡੀਆਂ ਜਿਹੜੀਆਂ ਵੀ ਲੜਾਈਆਂ ਅਸੀਂ ਲੜਦੇ ਆ ਆਪਦੇ ਗੁਰੂ ਸਾਹਿਬਾਨਾਂ ਤੋਂ, ਸਾਡੇ ਤੁਸੀਂ ਕਹਿ ਲਓ ਰਹਿਬਰਾਂ ਤੋਂ ਸੇਧ ਲੈ ਕੇ, ਤੇ ਸਾਡੇ ਗੁਰੂਆਂ ਨੇ ਤਾਂ ਸਾਨੂੰ ਚੜ੍ਹਦੀ ਕਲਾ 'ਚ ਹਮੇਸ਼ਾ ਹੀ ਕਿਹਾ, ਚਾਹੇ ਖੁਸ਼ੀ ਹੋਵੇ ਗਮੀ ਹੋਵੇ, ਅਸੀਂ ਤਾਂ ਚੜ੍ਹਦੀ ਕਲਾ 'ਚ ਰਹੇ ਆ। ਅਸੀਂ ਆਨੰਦ ਸਾਹਿਬ ਦਾ ਪਾਠ ਆ ਜਿਹੜਾ ਉਹ ਗਮੀ ਤੇ ਵੀ ਪੜ੍ਹਦੇ ਆ, ਖੁਸ਼ੀ ਤੇ ਵੀ ਪੜ੍ਹਦੇ ਆ, ਉਦੋਂ ਵੀ ਦੇਗ ਵਰਤਾਉਣੇ ਆ, ਖੁਸ਼ੀ ਤੇ ਵੀ ਤੇ ਗਮੀ ਤੇ ਵੀ ਦੇਗ ਵਰਤਾਉਣੇ ਆ। ਸੋ ਭੁੱਖ ਹੜਤਾਲ ਵਾਲੀ ਗੱਲ ਆ ਜਿਹੜੀ, ਜੇ ਇਹ ਕਹੀਏ ਚਲੋ ਸਿੰਬੋਲਿਕਲੀ ਹੋ ਵੀ ਜਾਂਦੀ ਆ, ਪਰ ਇਹ ਐਡੀ ਵੱਡਾ ਕੋਈ ਇੰਪੈਕਟ ਇਹਨੇ ਕ੍ਰੀਏਟ ਨਹੀਂ ਕਰਨਾ। ਸੋ ਔਰ ਮੈਨੂੰ ਇਹ ਪਤਾ ਵੀ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਆ ਬੜੇ ਇੰਟੈਲੀਜੈਂਟ ਆ, ਤੇ ਉਹਨਾਂ ਨੂੰ ਚਾਹੀਦਾ ਵੀ ਕੁਝ ਇਫੈਕਟਿਵ ਪ੍ਰੋਗਰਾਮ ਦੇਣ, ਤੇ ਇੰਪਲੀਮੈਂਟ ਤਾਂ ਪ੍ਰੋਗਰਾਮ ਨੇ 10 ਮਿੰਟਾਂ 'ਚ ਹੋ ਜਾਣਾ। ਹੁਣ ਇੰਪਲੀਮੈਂਟ ਤਾਂ ਹੋ ਰਹੇ ਨੇ, ਜੇ ਟੋਲ ਪਲਾਜ਼ੇ ਫ੍ਰੀ ਕਰਾਏ ਪੰਜਾਬ ਦੇ ਵਿੱਚ ਤਾਂ ਹੋਏ ਨੇ, ਜੇ ਅੰਬਾਨੀਆਂ ਅੰਡਾਨੀਆਂ ਦਾ ਵਿਰੋਧ ਚੱਲ ਰਿਹਾ ਤਾਂ ਹੋਇਆ ਏ, ਜਾਂ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਏ। ਹਾਂ ਬਿਲਕੁਲ, ਤੁਸੀਂ ਦੇਖੋ ਅਸੀਂ ਟ੍ਰੇਨਾਂ ਰੋਕੀਆਂ ਉਦੋਂ ਹਨਾ, ਫਿਰ ਅਸੀਂ ਚਾਹੇ ਬਾਅਦ 'ਚ ਆਪ ਹੀ ਕਹਿਣ ਲੱਗੇ ਵੀ ਟ੍ਰੇਨਾਂ ਚਲਾਓ, ਪਰ ਜਿਹੜਾ ਗੱਲ ਆ ਇਹ ਵੀ ਕਿਸੇ ਟਾਈਮ ਇਹ ਵੀ ਹੁੰਦਾ ਵੀ ਤੁਹਾਡੇ ਕਈ ਪ੍ਰੋਗਰਾਮਾਂ ਨਾਲ ਹੋ ਸਕਦਾ ਆਪਸ 'ਚ ਸਾਡੀ ਸਹਿਮਤੀ ਨਾ ਬਣੇ ਜਾਂ ਮੇਰੀ ਸਹਿਮਤੀ ਨਾ ਬਣੇ, ਪਰ ਸੰਗਤ ਦੀ ਸਹਿਮਤੀ ਤਾਂ ਬਣੇ ਨਾ, ਸੰਗਤ ਤਾਂ ਉਸ ਗੱਲ ਨਾਲ ਸਹਿਮਤ ਹੋਵੇ ਨਾ। ਤੁਹਾਨੂੰ ਕੀ ਲੱਗਦਾ ਵੀ ਜਿਹੜੇ ਪ੍ਰੋਗਰਾਮ ਨੇ ਇਹ ਬੜਾ ਇੰਪੈਕਟ ਨਹੀਂ ਪਾ ਰਹੇ ਹੈਗੇ? ਨਹੀਂ, ਦੇਖੋ ਗੱਲ ਇਹ ਆ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਪ੍ਰੋਗਰਾਮ ਇੰਪੈਕਟ ਕਿਹਨੇ ਡਿਸਾਈਡ ਕਰਨਾ? ਸੰਗਤ ਨੇ ਡਿਸਾਈਡ ਕਰਨਾ। ਹੁਣ ਜੇ ਅਸੀਂ ਬਾਹਰ ਕੁੰਡਲੀ ਤੋਂ ਗਾਜ਼ੀਪੁਰ ਤੱਕ ਟਰੈਕਟਰ ਭਜਾਉਂਦੇ ਫਿਰਾਂਗੇ, ਉਹਦਾ ਤੁਸੀਂ ਮੈਨੂੰ ਇਹਦਾ ਜਵਾਬ ਦੇ ਦਿਓ ਵੀ ਤੁਹਾਨੂੰ ਲੱਗਦਾ ਉਹਦਾ ਕੋਈ ਇੰਪੈਕਟ ਹੈਗਾ ਪ੍ਰਸ਼ਾਸਨ ਤੇ? ਟ੍ਰੈਫਿਕ ਰੋਕੂਗੀ, ਥੋੜਾ ਜਿਹਾ ਸਰਕਾਰ ਤੱਕ ਆਵਾਜ਼ ਜਾਊਗੀ। ਨਹੀਂ, ਉਹ ਗੱਲ ਇਹ ਆ, ਫਿਰ ਅਸੀਂ ਇੱਥੇ ਰੋਕ ਦੋ ਟ੍ਰੈਫਿਕ। ਇੱਥੇ ਵੀ ਗੱਲ ਇਹੀ ਹੋਈ ਪਈ ਆ ਨਾ ਵੀ ਦਿੱਲੀ ਨੇ ਆਪਦੇ ਆਪ ਨੂੰ ਐਡਜਸਟ ਕਰ ਲਿਆ, ਅਸੀਂ ਆਪਦੇ ਆਪ ਨੂੰ ਐਡਜਸਟ ਕਰ ਲਿਆ, ਰੋਕ ਦੋ ਟ੍ਰੈਫਿਕ ਇੱਥੇ। ਆਪਦਾ ਤੇਲ ਕਿਉਂ ਮਚਾਈਏ ਅਸੀਂ? ਆਪਦੇ ਟਰੈਕਟਰ ਲੈ ਕੇ ਫਿਰ ਉਧਰ ਨੂੰ ਤੁਰ ਪਾਂਗੇ ਹਨਾ। ਤੇ ਗੱਲ ਇਹ ਆ ਵੀ ਜੇ ਟ੍ਰੈਫਿਕ ਰੋਕਣਾ ਹੀ ਮਕਸਦ ਆ, ਫਿਰ ਤਾਂ ਜਿਹੜੀ ਮਰਜ਼ੀ ਸੜਕ ਤੇ ਜਾ ਕੇ ਬਹਿ ਜਾਂਦੇ ਆ, ਇਨਕਨਵੀਨੀਅੰਸ ਕ੍ਰੀਏਟ ਕਰਨੀ ਆ ਤਾਂ। ਸੋ ਇਸ ਕਰਕੇ ਗੱਲ ਇਨਕਨਵੀਨੀਅੰਸ ਕ੍ਰੀਏਟ ਕਰਨ ਦੀ ਨਹੀਂ ਆ, ਗੱਲ ਸਰਕਾਰ ਤੇ ਪ੍ਰੈਸ਼ਰ ਪੁਆਇੰਟਸ ਕ੍ਰੀਏਟ ਕਰਨ ਦੀ ਆ। ਕਿਵੇਂ ਦੇ ਹੋ ਸਕਦੇ ਨੇ ਪ੍ਰੈਸ਼ਰ ਪੁਆਇੰਟਸ? ਕਿਵੇਂ ਦੇ ਲੱਗਦਾ ਤੁਹਾਨੂੰ? ਇਹ ਹੁਣ ਕਿਵੇਂ ਦੇ ਹੋ ਸਕਦੇ ਆ? ਦੇਖੋ, ਪ੍ਰੋਗਰਾਮ ਦੋ ਚੀਜ਼ਾਂ ਲਈ ਦਿੱਤੇ ਜਾਂਦੇ ਆ, ਇੱਕ ਤਾਂ ਆਪਦੇ ਲੋਕਾਂ 'ਚ, ਕਿਉਂਕਿ ਇਹ ਸਾਰੇ ਵਰਤਾਰੇ ਨੇ। ਜਦੋਂ ਮੈਂ ਹਮੇਸ਼ਾ ਇਹ ਵਰਡ ਯੂਜ਼ ਕਰਦਾ ਹੁੰਦਾ, ਇੱਕ ਜੀਓਪੋਲਿਟੀਕਲ ਸਟਰਕਚਰ ਨੂੰ ਚੇਂਜ ਕਰਨਾ, ਉਹ ਤਾਂ ਚੇਂਜ ਹੋਊਗਾ ਜੇ ਲੋਕ ਪੋਲੀਟੀਕਲੀ ਅਵੇਅਰ ਹੋਣਗੇ ਹਨਾ। ਪੁਰਾਣੇ ਜਿਹੜੇ ਬੁੱਤ ਆ ਵੱਡੇ ਵੱਡੇ ਲੀਡਰਾਂ ਦੇ ਟੁੱਟੇ ਆ, ਇਹ ਸਾਨੂੰ ਪਤਾ। ਪੰਜਾਬ 'ਚ ਦੇਖ ਲਓ ਤੁਸੀਂ ਕੀ ਵਰਤਾਰਾ, ਕੋਈ ਵੀ ਪੋਲੀਟੀਕਲ ਲੀਡਰ ਆ ਜਿਹੜਾ ਉਹ ਜੋ ਆਧਾਰ ਰੱਖਦਾ ਸੀ ਸੋਸ਼ਲੀ ਜਾਂ ਸਮਾਜ 'ਚ, ਅੱਜ ਉਹ ਆਧਾਰ ਹੈ ਨਹੀਂ। ਬਿਲਕੁਲ ਠੀਕ ਹੈ ਹਨਾ। ਸੋ ਜੇ ਉਹ ਆਧਾਰ ਹੈ ਨਹੀਂ,
ਸੋ ਇਹ ਇਸ ਕਰਕੇ ਹੋਇਆ ਵੀ ਉਹ ਲੋਕਾਂ 'ਚ ਪੋਲੀਟੀਕਲ ਅਵੇਅਰਨੈਸ ਆ ਗਈ। ਜਦੋਂ ਲੋਕਾਂ ਨੂੰ ਇਹ ਗੱਲ ਪਹਿਲਾਂ ਕਹੀ ਜਾਂਦੀ ਸੀ ਵੀ ਇਹ ਜਿਹੜੇ ਸਾਡੇ ਨੇਤਾ ਇਹਨਾਂ ਨੇ ਕਦੇ ਲੋਕ ਭਲਾਈ ਦਾ ਕੰਮ ਨਹੀਂ ਕੀਤਾ, ਉਦੋਂ ਉਹ ਗੱਲ ਉਨੀ ਪ੍ਰਵਾਨ ਨਹੀਂ ਹੁੰਦੀ ਸੀ। ਅੱਜ ਦੱਸਣੀ ਨਹੀਂ ਪੈ ਰਹੀ, ਆਪ ਹੀ ਲੋਕ ਰਿਐਕਟ ਕਰ ਰਹੇ ਆ। ਕਿਉਂਕਿ ਉਹ ਸਮਝ ਪੈਦਾ ਹੋ ਗਈ। ਇਸੇ ਸਮਝ ਨੇ ਅਗਲਾ ਜਿਹੜਾ ਪੋਲੀਟੀਕਲ ਸਟਰਕਚਰ ਸਿਰਜਣਾ, ਤੇ ਸਮਝ ਉੱਥੋਂ ਤੱਕ ਜਾ ਸਕਦੀ ਆ, ਸਪੇਸ ਹੈਗੀ ਆ। ਸਾਨੂੰ ਇੱਕ ਪ੍ਰੋਗਰਾਮ ਤਾਂ ਇਹ ਦੇਣੇ ਚਾਹੀਦੇ ਆ ਵੀ ਜਿਹੜੀ ਪੋਲੀਟੀਕਲ ਅਵੇਅਰਨੈਸ ਆ ਨਾ, ਜਾਂ ਪੋਲੀਟੀਕਲ ਕੌਨਸ਼ੀਅਸਨੈਸ ਆ, ਉਹ ਲੋਕਾਂ 'ਚ ਹੋਰ ਜ਼ਿਆਦਾ ਆਵੇ। ਅਗਲਾ ਪ੍ਰੋਗਰਾਮ ਇਹ ਆ ਵੀ ਜਦੋਂ ਅਸੀਂ ਸੰਘਰਸ਼ 'ਚ ਬੈਠੇ ਆ, ਮਤਲਬ ਅਸੀਂ ਜੰਗ 'ਚ ਬੈਠੇ ਆ। ਜੇ ਜੰਗ 'ਚ ਬੈਠੇ ਆ ਤੇ ਜੰਗ ਦੇ ਅਸੂਲ ਕੀ ਹੁੰਦੇ ਆ? ਦੁਸ਼ਮਣ ਨੇ ਸਾਡੇ ਅਗੇਂਸਟ ਆਪਦੀ ਰਣਨੀਤੀ ਘੜਨੀ ਆ, ਅਸੀਂ ਆਪਦੀ ਘੜਨੀ ਆ। ਜੰਗ ਦੇ ਅਸੂਲ ਇਹ ਆ ਵੀ ਸਾਡੀ ਜਿਹੜੀ ਰਣਨੀਤੀ ਹੋਵੇ, ਉਹਦੇ ਜਿਹੜੇ ਪ੍ਰੋਗਰਾਮ ਹੋਣ, ਉਹ ਦੁਸ਼ਮਣ ਤੇ ਪ੍ਰੈਸ਼ਰ ਕ੍ਰੀਏਟ ਕਰਨ। ਹੁਣ ਇਹ ਪ੍ਰੋਗਰਾਮ ਸਾਨੂੰ ਸਿਰ ਜੋੜ ਕੇ ਬੈਠ ਕੇ ਟੀਮ ਵਰਕ ਕਰਕੇ ਲੱਭਣੇ ਚਾਹੀਦੇ ਆ ਵੀ ਕਿਵੇਂ। ਉਹਨਾਂ ਨੇ ਕੁਝ ਪ੍ਰੋਗਰਾਮ ਦਿੱਤੇ ਨੇ ਕਿ ਦੇਸ਼ ਵਿਆਪੀ ਅਸੀਂ ਹੁਣ ਇੱਕ ਜਾਗਰਤੀ ਮੁਹਿੰਮ ਚਲਾਵਾਂਗੇ ਦੇਸ਼ ਭਰ ਦੇ ਵਿੱਚ, ਇਸ ਤਰ੍ਹਾਂ ਦੀ ਕਿ ਇਕੱਲਾ ਪੰਜਾਬ ਹਰਿਆਣਾ ਨਹੀਂ, ਹੋਰ ਸਟੇਟਾਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਇੱਕ ਜਾਗਰਤੀ ਮੁਹਿੰਮ ਚਲਾਵਾਂਗੇ। ਇਸ ਤਰ੍ਹਾਂ ਦੇ ਪ੍ਰੋਗਰਾਮ ਨੇ। ਜਾਂ ਜਿਵੇਂ ਇੱਕ ਜਿਹੜਾ ਹੁਣ 26 ਜਨਵਰੀ ਵਾਲਾ ਟਰੈਕਟਰ ਮਾਰਚ ਦੀ ਗੱਲ ਹੋ ਰਹੀ ਆ ਕਿ ਦਿੱਲੀ 'ਚ ਅਸੀਂ ਟਰੈਕਟਰ ਲੈ ਕੇ ਜਾਵਾਂਗੇ, ਝੰਡਿਆਂ ਵਾਲੇ ਲੈ ਕੇ ਟਰੈਕਟਰ ਲੈ ਕੇ ਜਾਵਾਂਗੇ। ਉਹਦੇ ਨਾਲ ਤੁਹਾਨੂੰ ਲੱਗਦਾ ਕਿ ਦਿੱਲੀ ਦੇ ਵਿੱਚ ਜਾਣ ਦਾ ਅਸਰ ਤਾਂ ਹੋਊਗਾ ਨਾ? ਬਿਲਕੁਲ ਹੋਊਗਾ ਜੀ। ਦੇਖੋ ਇਹ ਗੱਲ ਆ ਹੁਣ ਜਿਹੜੀ ਇੰਪੈਕਟ ਪਾਉਂਦੀ ਆ, ਜੇ ਅਸੀਂ ਇਹ ਕਹੀਏ ਵੀ ਦੇਸ਼ ਵਿਆਪੀ ਅਸੀਂ ਕੋਈ ਮੁਹਿੰਮ ਚਲਾਵਾਂਗੇ, ਇਹਨੇ ਇੰਪੈਕਟ ਪਾਉਣਾ, ਇਹ ਬਹੁਤ ਸੋਹਣੀ ਗੱਲ ਆ। ਨਾਲ ਜੇ ਹੁਣ ਅਸੀਂ ਅਗਲਾ ਪ੍ਰੋਗਰਾਮ, ਜਿਵੇਂ ਮੈਂ ਕਿਹਾ ਵੀ ਇਹ ਸਾਂਝਾ ਕਿਸਾਨ ਮੋਰਚਾ ਜਿਹੜਾ ਉਹਨੇ ਨਹੀਂ ਦਿੱਤਾ ਇਹ 26 ਜਨਵਰੀ ਦਾ। ਜੇ ਸਾਂਝੇ ਕਿਸਾਨ ਮੋਰਚੇ ਦਾ ਬਿਆਨ ਆ ਤਾਂ ਬਹੁਤ ਵਧੀਆ ਗੱਲ ਆ, ਪਰ ਇਹ ਮੈਨੂੰ ਲੱਗਦਾ ਇੱਕ ਜਥੇਬੰਦੀ ਇਹਨੂੰ ਨਹੀਂ ਹੋ ਗਿਆ। ਇਹ ਸੰਯੁਕਤ ਕਿਸਾਨ ਮੋਰਚੇ ਦਾ ਹੀ ਅੱਜ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ। ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਵੀ ਜੇ ਹੱਲ ਨਹੀਂ ਨਿਕਲਦਾ ਤਾਂ 26 ਜਨਵਰੀ ਨੂੰ ਅਸੀਂ ਆਪਣੀ ਟਰੈਕਟਰ ਪਰੇਡ ਜਿਹੜੀ ਆ ਉੱਥੋਂ ਦਿੱਲੀ ਦੇ ਵਿੱਚ ਝੰਡੇ ਲਾ ਕੇ ਕਰਾਂਗੇ। ਹਾਂ ਦੇਖੋ ਇਹ ਹੁਣ ਬਹੁਤ ਵਧੀਆ ਪ੍ਰੋਗਰਾਮ ਆ। ਮੈਂ ਕਹਿੰਦਾ ਵੀ ਕਿਉਂਕਿ ਸਰਕਾਰ 26 ਜਨਵਰੀ ਹੋਵੇ ਤੇ ਸਰਕਾਰ, ਤੁਹਾਨੂੰ ਲੱਗਦਾ ਵੀ ਉੱਤੇ ਸਰਕਾਰ ਤੇ ਪ੍ਰੈਸ਼ਰ ਨਾ ਪਵੇ ਇਸ ਗੱਲ ਦਾ, ਤੇ ਅਸੀਂ ਦਿੱਲੀ ਵੱਲ ਜਦੋਂ ਮਾਰਚ ਕਰਾਂਗੇ ਟਰੈਕਟਰਾਂ ਦਾ। ਪਰ ਗੱਲ ਇਹ ਆ ਵੀ ਸਾਨੂੰ ਨਾਲ ਇਹ ਵੀ ਕਹਿਣਾ ਚਾਹੀਦਾ ਵੀ ਪੀਸਫੁਲ ਮਾਰਚ ਕਰਾਂਗੇ। ਨਹੀਂ ਤਾਂ ਦੇਖੋ ਸਾਨੂੰ, ਜੇ ਅਸੀਂ ਜਾਬਤੇ 'ਚ ਨਹੀਂ ਰਹਾਂਗੇ ਤਾਂ ਸਰਕਾਰ ਨੇ ਤਾਂ 2 ਮਿੰਟ 'ਚ ਸਾਨੂੰ ਕਿਸੇ ਹੋਰ ਢੰਗ ਨਾਲ ਉਸ ਗੱਲ ਨੂੰ ਪੇਸ਼ ਕਰ ਦੇਣਾ। ਗੱਲ ਦਾ ਪ੍ਰਯੋਗ ਕਰਦੇ ਨੇ ਤਾਂ ਫਿਰ ਖਿੰਡ-ਪੁਣ ਜਾਂਦੇ ਹੁੰਦੇ ਨੇ ਅੰਦੋਲਨ ਜ਼ਿਆਦਾਤਰ, ਜਦੋਂ ਪੀਸਫੁਲੀ ਨਹੀਂ ਰਹਿੰਦੇ। ਹਾਂ, ਤਾਂ ਇਸ ਕਰਕੇ ਅਸੀਂ ਕੋਈ ਵੀ ਇਹੋ ਜਿਹਾ ਸਟੈਪ ਨਹੀਂ ਲੈਣਾ ਜਿੱਥੇ ਸਰਕਾਰ ਆਪਦੇ ਬਲ ਦਾ ਪ੍ਰਯੋਗ ਕਰਕੇ ਜਾਂ ਆਪਦੇ ਸਿਕਿਉਰਿਟੀ ਏਜੰਸੀਜ਼ ਨੂੰ ਸਾਡੇ ਉੱਤੇ ਉਹਨਾਂ ਦਾ ਜੋ ਉਹੀ ਜ਼ਬਰ ਹੁੰਦਾ ਜਿਹੜਾ ਉਹ ਕਰਕੇ ਸਾਨੂੰ ਖੰਡਾ ਨਾ ਦੇਣ ਤੇ ਸਾਡੇ ਤੇ ਕਿਸੇ ਸਾਨੂੰ ਹੋਰ ਰੰਗਤ ਨਾ ਦੇ ਦੇਣ। ਜਿਹੜੀ ਗੱਲ ਤੁਸੀਂ ਕਹੀ ਕਿ ਜਦੋਂ ਤੁਸੀਂ ਇੱਥੇ ਬੈਠੇ ਹੋ, ਦਿੱਲੀ ਵਾਲੇ ਨੇ ਆਪਣੇ ਆਪ ਨੂੰ ਥੋੜਾ ਉਸ ਤਰ੍ਹਾਂ ਐਡਜਸਟ ਕਰ ਲਿਆ, ਅਸੀਂ ਆਪਣੇ ਆਪ ਨੂੰ ਐਡਜਸਟ ਕਰ ਲਿਆ, ਇਹ ਐਡਜਸਟਮੈਂਟ ਤਾਂ ਫਿਰ ਇਦਾਂ ਹੀ ਚੱਲੀ ਜਾਊਗੀ। ਗਲੀਆਂ ਚੋਂ ਗੱਡੀਆਂ ਉਧਰਾਂ ਦੀ ਲੰਘੀ ਜਾਂਦੀਆਂ ਨੇ, ਥੋੜਾ ਬਹੁਤ ਆਪਾਂ ਇੱਥੇ ਚੱਲੀ ਜਾਂਦਾ ਸਿਸਟਮ। ਮਤਲਬ ਇਹ ਕਦ ਤੱਕ ਫਿਰ ਇਦਾਂ ਚੱਲੀ ਜਾਊਗਾ? ਇਸੇ ਕਰਕੇ ਤਾਂ ਪ੍ਰੋਗਰਾਮ ਚਾਹੀਦੇ ਆ, ਇਸੇ ਕਰਕੇ ਤਾਂ ਪ੍ਰੋਗਰਾਮ ਦੀ ਘਾਟ ਆ ਨਾ। ਹੁਣ ਇਹ ਗੱਲ ਆ ਜਿਹੜੀ ਆਪਾਂ ਮੰਨ ਲਓ ਤੁਹਾਡੇ ਚੈਨਲ ਤੇ ਵੀ ਕਰ ਰਹੇ ਆ, ਇਹ ਗੱਲ ਐਕਚੁਅਲੀ 'ਚ ਸਾਡੇ ਟੀਮ ਵਰਕ 'ਚ ਹੋਣੀ ਚਾਹੀਦੀ ਸੀ। ਸਿਰ ਜੋੜ ਕੇ ਬੈਠ ਕੇ ਅਸੀਂ ਇਹ ਗੱਲਾਂ ਕਰਦੇ, ਉੱਥੇ ਇਹ ਗੱਲਾਂ ਰੱਖਦੇ। ਹਾਂਜੀ, ਆਗੂ ਪਸੰਦ ਨਹੀਂ ਕਰਦੇ ਹੈਗੇ। ਅੱਜ ਵੀ ਜੋਗਿੰਦਰ ਸਿੰਘ ਉਗਰਾਹਾਂ ਦੀ ਮੈਂ ਇੰਟਰਵਿਊ ਕਰਕੇ ਆਇਆ ਤੇ ਤੁਹਾਡਾ ਨਾਂ ਜਦੋਂ ਲੈਂਦੇ ਆ ਜਾਂ ਲੱਖੇ ਸਿਧਾਣੇ ਦਾ ਵੀ ਲੈਂਦੇ ਆ, ਉਹ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਆਪਣੇ ਨਾਲ ਸ਼ਾਮਲ ਨਹੀਂ ਕਰ ਸਕਦੇ, ਸਟੇਜ ਵੀ ਨਹੀਂ ਸਾਂਝੀ ਕਰ ਸਕਦੇ ਹੈਗੇ। ਇਸ ਸਟੇਜ ਤੋਂ ਵੀ ਤੁਹਾਡਾ ਮਤਲਬ ਬਾਈਕਾਟ ਹੈ ਇੱਕ ਤਰ੍ਹਾਂ ਦੇ ਨਾਲ, ਤੁਸੀਂ ਉੱਥੇ ਨਹੀਂ ਜਾ ਸਕਦੇ ਹੈਗੇ। ਤਾਂ ਉਹ ਨਹੀਂ ਚਾਹੁੰਦੇ ਹੈਗੇ, ਤੁਸੀਂ ਚਾਹੁੰਦੇ ਹੋ ਵੀ ਤੁਹਾਡੀਆਂ ਗੱਲਾਂ ਚਲੋ ਮੀਡੀਆ ਰਾਹੀਂ ਪਹੁੰਚਦੀਆਂ ਨੇ ਜ਼ਰੂਰ, ਪਰ ਮੀਟਿੰਗਾਂ ਤਾਂ ਕਦੇ ਉਹ ਮੰਨ ਨਹੀਂ ਰਹੇ ਤੁਹਾਡੇ ਨਾਲ ਕਰਨ ਨੂੰ ਜਾਂ ਤੁਹਾਡੇ ਸੁਝਾਅ ਲੈਣ ਨੂੰ। ਦੇਖੋ ਗੱਲ ਆਏ ਆ ਵੀ ਸਟੇਜ ਤੇ ਬੋਲਣਾ ਤਾਂ ਮਕਸਦ ਨਹੀਂ ਹੈ ਨਾ। ਮੈਂ ਕਹਿ ਹੀ ਨਹੀਂ ਰਿਹਾ ਮੈਂ ਸਟੇਜ ਤੇ ਬੋਲਣਾ, ਸਟੇਜ ਤੇ ਨਹੀਂ ਬੋਲਦੇ, ਪਰ ਅਸੀਂ ਆਪਸ 'ਚ ਬੈਠ ਵੀ ਨਹੀਂ ਸਕਦੇ। ਉੱਥੇ ਤਾਂ ਸੁਝਾਅ ਹੀ ਦੇਵਾਂਗੇ ਨਾ, ਜੇ ਤੁਹਾਨੂੰ ਪਸੰਦ ਆਏ ਤਾਂ ਰੱਖਿਓ, ਜੇ ਨਹੀਂ ਪਸੰਦ ਆਏ ਨਾ ਰੱਖਿਓ, ਇੰਨੀ ਕੁ ਗੱਲ ਹੀ ਹੈ ਨਾ। ਪਰ ਜੇ ਤੁਸੀਂ ਇੰਨੀ ਇਨਸਿਕਿਉਰਿਟੀ ਦਿਖਾਓਗੇ ਵੀ ਨਹੀਂ ਇਹਨਾਂ ਬੰਦਿਆਂ ਨਾਲ ਤਾਂ ਬਹਿਣਾ ਵੀ ਨਹੀਂ ਆ, ਇਹ ਤਾਂ ਮੈਨੂੰ ਗੱਲ ਸਮਝ ਹੀ ਨਹੀਂ ਆ ਰਹੀ। ਸਾਡੀ ਕੰਟਰੀਬਿਊਸ਼ਨ ਆ ਕੁਛ, ਸਾਡੇ ਜਿਹੜੇ ਇੱਥੇ ਸਾਰੇ ਸੰਘਰਸ਼ੀ ਬੰਦੇ ਆ, ਤੁਸੀਂ ਉਹਨਾਂ ਕੋਲੇ ਜਾ ਕੇ ਇਹ ਗੱਲਬਾਤ ਪਤਾ ਕਰ ਲਓ ਵੀ ਅਸੀਂ ਦਾ ਮਤਲਬ ਸਾਰੇ। ਆਵਾਜ਼ ਕੀ ਆ ਤੁਹਾਡੇ ਕੋਲ? ਜਿਹੜੇ ਹਜ਼ਾਰਾਂ ਲੋਕ ਰੋਜ਼ ਮਿਲਦੇ ਨੇ ਤੁਹਾਨੂੰ, ਮੈਂ ਦੇਖਿਆ ਹੁਣ ਥੋੜੀ ਦੇਰ ਪਹਿਲਾਂ ਵੀ ਤਕਰੀਬਨ ਤੁਹਾਡੇ ਨਾਲ ਵਾਰਤਾਲਾਪ ਕਰਦੇ ਨੇ ਆ ਕੇ, ਆਪੋ ਆਪਣੇ ਕੀ ਆਵਾਜ਼ ਕੀ ਆ ਰਹੀ ਹੈ? ਨਹੀਂ, ਆਵਾਜ਼ ਇਹ ਆ ਰਹੀ ਆ, ਮੈਂ ਇੱਕ ਗੱਲ ਤੁਹਾਨੂੰ ਕਹਿਦਾ ਵੀ ਇੱਥੇ ਜੇ ਕੋਈ ਇਹ ਕਹਿੰਦਾ ਵੀ ਮੇਰੇ ਕਰਕੇ ਕੁਝ ਹੋਇਆ, ਮੇਰੇ ਮਤਲਬ ਕੋਈ ਵੀ ਮੇਰਾ ਹੋ ਸਕਦਾ, ਉਹ ਮੈਂ ਜਿਹਦੇ ਚ ਆਊਗੀ ਉਹ ਬੰਦਾ ਖਤਾ ਖਾ ਜਾਊਗਾ। ਇੱਥੇ ਕਿਸੇ ਕਰਕੇ ਕੁਝ ਨਹੀਂ ਹੋਇਆ, ਅਕਾਲ ਪੁਰਖ ਵਾਹਿਗੁਰੂ ਕਰਕੇ ਹੋਇਆ। ਇਹ ਵਰਤਾਰਾ ਸਾਡੀਆਂ ਗਿਣਤੀਆਂ ਮਿੰਤੀਆਂ ਤੋਂ ਬਾਹਰ ਆ, ਸਾਡੀ ਮਨੁੱਖੀ ਬੁੱਧੀ ਦੀ ਸੀਮਾ ਤੋਂ ਬਾਹਰ ਆ, ਹਨਾ। ਤੇ ਇੱਥੇ ਜਿਹੜਾ ਕੋਈ ਕ੍ਰੈਡਿਟ ਵੀ ਨਹੀਂ ਕਿਸੇ ਨੂੰ ਮਿਲਣਾ,
ਜੇ ਮੈਂ ਕਹਾਂ ਜੇ ਆਪਾਂ ਕਹੀਏ ਵੀ ਕਿਸੇ ਨੂੰ ਕ੍ਰੈਡਿਟ ਮਿਲ ਜੂਗਾ, ਅਗਲਾ ਪ੍ਰੋਟੈਕਟ ਕਰ ਰਿਹਾ ਵੀ ਮੈਂ ਦੇਖੋ ਯਾਰ ਬਹੁਤ ਵੱਡਾ ਕ੍ਰੈਡਿਟ ਲੈ ਜੂੰਗਾ, ਨਹੀਂ, ਕੁਛ ਨਹੀਂ ਹੋਣਾ। ਇਹ ਸੰਗਤ ਦਾ ਮੋਰਚਾ, ਸੰਗਤ ਦੀ ਨਿਗਾਹ, ਔਰ ਤੁਸੀਂ ਦੇਖੋ ਵੀ ਮਿੰਟਾਂ 'ਚ ਹੀ ਨਿਆਂ ਦੇ ਦਿੰਦੀ ਹੈ ਸੰਗਤ। ਕੋਈ ਮਾੜਾ ਜਿਹਾ ਕੁਛ ਉੱਚ ਨੀਚ ਹੁੰਦੀ ਆ, ਨਾਲ ਸਾਹਮਣੇ ਹੀ ਨਿਆਂ। ਇਹ ਗੱਲ ਕਦੇ ਨਹੀਂ ਹੋਈ ਸੀ ਪਹਿਲਾਂ। ਸੋ ਇਸ ਕਰਕੇ ਜਿਹੜੀ ਗੱਲ ਵਾਪਰ ਰਹੀ ਹੈ ਨਾ, ਉਹ ਇੱਕ ਅਦਭੁਤ ਹੀ ਗੱਲ ਵਾਪਰ ਰਹੀ ਹੈ। ਹੁਣ ਗੱਲ ਜਿਹੜੀ ਖੜੀ ਹੈ ਉਹ 4 ਜਨਵਰੀ ਨੂੰ ਮੀਟਿੰਗ ਹੋਣੀ ਆ ਮੁੜ ਤੋਂ। ਸਰਕਾਰ ਤੇ ਵੀ ਇਸ ਗੱਲ ਦਾ ਪ੍ਰੈਸ਼ਰ ਹੈ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਅਸੀਂ ਕੁਝ ਨਾ ਕੁਝ ਹੱਲ ਵੱਲ ਨੂੰ ਚੱਲੀਏ। ਤਾਂ ਚਲੋ ਦੋ ਚਾਹੇ ਉਹ ਅੰਸ਼ਕ ਮਾਤਰ ਹੀ ਨੇ ਹਾਲੇ ਕਿ ਅਸੀਂ ਤੁਹਾਨੂੰ ਪ੍ਰਦੂਸ਼ਣ ਵਾਲੇ ਚੋਂ ਬਾਹਰ ਕੱਢਦੇ ਹਾਂ ਕਿਸਾਨਾਂ ਨੂੰ, ਜਾਂ ਜਿਹੜਾ ਬਿਜਲੀ ਦਾ ਕਾਨੂੰਨ ਆ ਹੋਰ ਡਿਲੇ ਕਰਦੇ ਆ, ਹਾਲੇ ਨਹੀਂ ਲੈ ਕੇ ਆਉਂਦੇ ਹੈਗੇ, ਜਾਂ ਉਹਦੇ ਵਿੱਚ ਜਿਹੜੀਆਂ 2 ਮੰਗਾਂ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੀਆਂ, ਤਾਂ ਉਹ ਵਾਰ-ਵਾਰ ਕਹਿ ਰਹੇ ਨੇ ਕਿ ਕੋਈ ਇਸ ਤਰ੍ਹਾਂ ਦੀ ਤੁਸੀਂ ਪਾਲਿਸੀ ਲਿਆਓ ਕਿ ਸਾਨੂੰ ਰੱਦ ਨਾ ਕਰਨਾ ਪਵੇ, ਅਸੀਂ ਇਹਨੂੰ ਕੋਈ ਬਦਲਾਅ ਇਸ ਤਰ੍ਹਾਂ ਦਾ ਕਰ ਦਈਏ ਕਿ ਇਹਦਾ ਅਸਰ ਨਾ ਹੋਵੇ, ਬੇਅਸਰ ਹੋ ਜਾਵੇ। ਕੋਈ ਲੱਗਦਾ ਕੋਈ ਇਸ ਤਰ੍ਹਾਂ ਦਾ ਕੋਈ ਸਬਸਟੀਚਿਊਟ ਦਿੱਤਾ ਜਾ ਸਕਦਾ? ਦੇਖੋ ਗੱਲ ਇਹ ਆ, ਪਹਿਲਾਂ ਤਾਂ ਮੈਂ ਇੱਕ ਗੱਲ ਅੱਜ ਇਹ ਗੱਲ ਰੱਖੀ ਵੀ ਜਿਹੜੀ ਟਰਾਂਸਪੇਰੈਂਸੀ ਹੈ ਨਾ, ਪਾਰਦਰਸ਼ਤਾ, ਉਹ ਲੈ ਕੇ ਆਉਣੀ ਚਾਹੀਦੀ ਹੈ ਸਾਨੂੰ। ਤੁਸੀਂ ਕਿਹਾ ਮੀਟਿੰਗਾਂ ਮਤਲਬ ਲਾਈਵ ਹੋਣੀਆਂ ਚਾਹੀਦੀਆਂ, ਪਰ ਉਹ ਪੋਸੀਬਲ ਹੈ? ਨਹੀਂ, ਬਿਲਕੁਲ ਹੈ, ਕਿਉਂ ਨਹੀਂ ਪੋਸੀਬਲ ਹੈ। ਲੋਕਾਂ ਦੇ ਹੱਕਾਂ ਦੀ ਗੱਲ ਹੋ ਰਹੀ ਹੈ ਨਾ, ਤੇ ਉੱਥੇ ਸਾਨੂੰ ਪਤਾ ਹੋਵੇ ਵੀ ਸਾਡੇ ਜਿਹੜੇ ਆਗੂ ਆ ਉਹ ਸਾਡੇ ਹੱਕ ਕਿਵੇਂ ਪ੍ਰੋਟੈਕਟ ਕਰ ਰਹੇ ਆ, ਇਹਦੇ 'ਚ ਕੀ ਪ੍ਰੋਬਲਮ ਆ। ਅਦਾਲਤਾਂ ਜਿਹੜੀ ਕੇਂਦਰ ਸਰਕਾਰ ਵਾਲੀ ਮੀਟਿੰਗ ਕਹਿੰਦੇ ਹੋ ਜਾਂ ਉਹਨਾਂ ਦੀ ਆਪਣੀਆਂ ਮੀਟਿੰਗ? ਨਹੀਂ, ਕੇਂਦਰ ਸਰਕਾਰ ਵਾਲੀ ਅਦਾਲਤ ਆ ਜਿਹੜੀ, ਕੋਈ ਵੀ ਅਦਾਲਤ ਆ, ਉੱਥੇ ਲੋਕਾਂ ਦੀ ਮਨਾਹੀ ਥੋੜੀ ਹੁੰਦੀ ਹੈ। ਉਹ ਮਿੰਟਸ ਤਾਂ ਆਉਣਗੇ ਸ਼ਾਇਦ, ਮੈਨੂੰ ਲੱਗਦਾ। ਔਰ ਅਦਰਵਾਈਜ਼ ਤੁਸੀਂ ਇਹ ਦੇਖੋ, ਜਦੋਂ ਵੀ ਕਦੇ ਮੀਟਿੰਗ ਹੁੰਦੀ ਹੈ ਨਾ, ਉਦੋਂ ਬਾਅਦ ਦੋਨਾਂ ਧਿਰਾਂ ਦੀ ਜਿਹੜੀ ਨੁਮਾਇੰਦਗੀ ਕਰਨ ਵਾਲੇ ਬੰਦੇ ਹੁੰਦੇ ਆ, ਉਹ ਸਾਂਝਾ ਆ ਕੇ ਬਿਆਨ ਜਾਰੀ ਕਰਦੇ ਆ। ਇੱਥੇ ਕਦੇ ਨਹੀਂ ਹੋ ਰਿਹਾ। ਇੱਥੇ ਤਾਂ ਇਹਨਾਂ ਨੇ ਕਿਹਾ ਕਿ ਨਰਿੰਦਰ ਸਿੰਘ ਤੋਮਰ ਬਾਹਰ ਆ ਕੇ ਚੇਂਜ ਕਰ ਦਿੰਦੇ ਨੇ ਬਿਆਨ। ਸੋ ਫਿਰ ਉਹੀ ਗੱਲ ਆ ਨਾ, ਤੇ ਜਦੋਂ ਤੱਕ ਪਾਰਦਰਸ਼ਤਾ ਨਹੀਂ ਹੋਊਗੀ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਫਿਰ ਤੁਸੀਂ ਕਲੋਜ਼ ਡੋਰ ਕੀ ਕਰ ਰਹੇ ਹੋ। ਤੇ ਉੱਤੋਂ ਕੌਣ ਰੱਖੂਗਾ? ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਕਹਿਣ ਮੰਨਣਗੇ? ਕਿਉਂ ਨਹੀਂ ਮੰਨਣਗੇ? ਇਹਦੇ 'ਚ ਲੁਕਵੀਂ ਗੱਲ ਕੀ ਹੋ ਰਹੀ ਆ? ਅਸੀਂ ਕਹਿ ਰਹੇ ਹਾਂ ਕਾਨੂੰਨ ਆ ਜਿਹੜੇ ਉਹ ਸਾਨੂੰ ਮਨਜ਼ੂਰ ਨਹੀਂ ਆ, ਉਹ ਕਹਿ ਰਹੇ ਆ ਨਹੀਂ ਕਾਨੂੰਨ ਆ ਕਿਸਾਨਾਂ ਦੇ ਹੱਕ ਦੇ ਗੱਲ ਆ। ਇਹ ਤਾਂ ਜਮਾਂ ਉਹੀ ਗੱਲ ਆ ਜਿਵੇਂ ਕੋਈ ਅਦਾਲਤ ਦਾ ਪ੍ਰੋਸੈਸ ਹੁੰਦਾ। ਇਹਦੇ 'ਚ ਲੁਕਵੀਂ ਗੱਲ ਤਾਂ ਕੋਈ ਹੈ ਹੀ ਨਹੀਂ ਨਾ। ਫਿਰ ਅਗਲੀ ਗੱਲ ਜੇ ਅਸੀਂ ਇਹ ਕਰ ਰਹੇ ਹਾਂ ਵੀ ਇੱਕ ਪਾਸੇ ਤੁਸੀਂ ਇਹ ਸੁਣੋ ਵੀ ਪਿਊਸ਼ ਗੋਇਲ ਇਹ ਕਹਿ ਰਹੇ ਆ ਵੀ ਸਾਡੇ ਕੋਲੇ 40 ਬੰਦਿਆਂ ਦੀ ਲਿਸਟ ਆ। ਇਹ ਤਾਂ ਸਟੇਟਮੈਂਟ ਹੀ ਬੜੀ ਸੀਰੀਅਸ ਆ ਨਾ। ਇਹਨੂੰ ਕਿਸੇ ਨੇ ਡਿਨਾਈ ਨਹੀਂ ਕੀਤਾ ਜਾਂ ਕਿਸੇ ਨੇ ਇਹਦੇ ਤੇ ਸਪਸ਼ਟਤਾ ਨਹੀਂ ਦਿੱਤੀ। ਤੇ ਫਿਰ ਤੁਸੀਂ ਦੇਖੋ ਇਸ ਸੰਘਰਸ਼ 'ਚ ਲੱਗਦਾ ਵੀ ਹੋਰ ਆਗੂ ਨੂੰ ਵੀ ਬੁਲਾਇਆ ਜਾ ਸਕਦਾ ਉਸ ਮੀਟਿੰਗ 'ਚ, ਇਹ ਕਹਿਣਾ ਚਾਹੁੰਦੇ ਹੋ ਤੁਸੀਂ? ਨਹੀਂ, ਮੈਂ ਇਹ ਕਹਿਣਾ ਵੀ ਟਰਾਂਸਪੇਰੈਂਸੀ ਲੈ ਕੇ ਆਓ, ਪਾਰਦਰਸ਼ਤਾ ਲੈ ਕੇ ਆਓ। ਤੁਸੀਂ ਜਾਂ ਤਾਂ ਉਹਨੂੰ ਲਾਈਵ ਕਰੋ, ਨਹੀਂ ਕਰ ਰਹੇ ਲਾਈਵ, ਦੋਨਾਂ ਧਿਰਾਂ ਦੇ ਸਾਂਝੇ ਬੰਦੇ ਆ ਕੇ ਇੱਕ ਸਾਂਝਾ ਬਿਆਨ ਤਾਂ ਦੇ ਸਕਦੇ ਆ ਨਾ। ਉਹ ਹੋ ਰਿਹਾ ਨਹੀਂ ਹੋ ਰਿਹਾ। ਸੋ ਜੇ ਨਹੀਂ ਹੋ ਰਿਹਾ ਤਾਂ ਪਾਰਦਰਸ਼ਤਾ ਕਿੱਥੇ ਆ, ਟਰਾਂਸਪੇਰੈਂਸੀ ਕਿੱਥੇ ਆ? ਸਾਨੂੰ ਪਤਾ ਤਾਂ ਲੱਗੇ ਨਾ। ਹੁਣ ਜੇ ਤੁਸੀਂ ਦੇਖੋ ਮੀਟਿੰਗ ਤੋਂ ਬਾਅਦ ਸਾਡੇ ਕਿਸਾਨ ਆਗੂ ਆ ਕੇ ਕੱਲੇ ਸੰਬੋਧਨ ਕਰਦੇ ਆ, ਵੱਖ-ਵੱਖ ਮੀਡੀਆ ਵਾਲੇ ਉਹਨਾਂ ਕੋਲੇ ਚਲੇ ਜਾਂਦੇ ਆ, ਸੋਰਸ ਆਫ ਇਨਫੋਰਮੇਸ਼ਨ ਉਹੀ ਆ, ਤੇ ਉੱਥੇ ਇਹ ਕਹਿ ਰਿਹਾ ਵੀ ਸਾਡੀਆਂ 2 ਮੰਗਾਂ ਮੰਨ ਲਈਆਂ। ਅਸੀਂ ਉਹਨਾਂ ਦੇ ਵਰਬਲ ਆ ਜਿਹੜੀ ਉਹ ਕਮਿਟਮੈਂਟ ਤੇ ਕਿਵੇਂ ਭੇਜ ਸਕਦੇ ਆ? ਵਰਬਲ ਕਮਿਟਮੈਂਟ ਤਾਂ ਸਾਨੂੰ 47 ਤੋਂ ਹੁਣ ਤੱਕ ਹੁੰਦੀਆਂ ਰਹੀਆਂ। ਨਹੀਂ, ਹੁਣ ਪੁੱਛਿਆ ਕਹਿੰਦੇ ਲਿਖਤੀ ਲਵਾਂਗੇ ਅਸੀਂ। ਨਹੀਂ, ਫਿਰ ਲੈਣਗੇ ਤਾਂ ਵਧੀਆ ਗੱਲ ਆ, ਉਹਨਾਂ ਨੂੰ ਕਹੋ ਦਿਓ ਲਿਖਤੀ। ਔਰ ਇਹ ਮੰਗਾਂ ਤਾਂ ਸਾਡੀਆਂ ਪੰਜਾਬ ਬੈਠੇ ਵੀ ਮੰਨਦੇ ਸੀ। ਇਹ ਕੋਈ ਦੇਖੋ ਸਰਕਾਰ ਕਿਸ ਤਰ੍ਹਾਂ ਦੀ ਸਾਡੀ ਦੁਸ਼ਮਣ ਆ ਜਾਂ ਸਰਕਾਰ ਕਿਸ ਲੈਵਲ ਤੱਕ ਜਾ ਸਕਦੀ ਹੈ, ਇਹ ਸਾਨੂੰ ਸਮਝਣਾ ਚਾਹੀਦਾ। ਪੰਜਾਬ ਬੈਠੇ ਵੀ ਇਹ ਗੱਲਾਂ ਮੰਨਦੇ ਸੀ। ਅੱਜ ਜੇ ਤੁਸੀਂ ਕਹੋਗੇ ਵੀ ਇਹ ਗੱਲਾਂ ਮੰਨ ਰਹੇ ਆ, ਨਹੀਂ, ਅਸਲ ਗੱਲ ਆ ਜਿਹੜੀ ਉਹ ਤਾਂ ਨਿਊ ਫਾਰਮ ਬਿਲਸ ਦੀ ਆ, ਨਵੇਂ ਕਾਨੂੰਨਾਂ ਦੀ ਆ। ਉਹ 4 ਤਰੀਕ ਨੂੰ ਆਪਣੇ ਸਾਹਮਣੇ ਆ ਜਾਣੀ ਆ ਗੱਲ। ਸੋ ਇੱਕ ਟਰਾਂਸਪੇਰੈਂਸੀ ਆ ਜਿਹੜੀ, ਜੇ ਅਸੀਂ ਇਹਦੀ ਮੰਗ ਕਰਦੇ ਆ, ਇਹਦੀ ਮੰਗ ਸੰਗਤ ਦੀ ਆ ਓਵਰਆਲ, ਹਨਾ। ਤੁਸੀਂ ਇੱਕ ਬੰਦੇ ਤੋਂ ਇੱਥੋਂ ਜਾ ਕੇ ਪੁੱਛ ਲਓ, ਹਰ ਬੰਦਾ ਕਹੂਗਾ ਬਿਲਕੁਲ ਜੀ, ਪਾਰਦਰਸ਼ਤਾ ਤੋਂ ਬਿਨਾ ਕੋਈ ਗੱਲ ਹੀ ਨਹੀਂ ਆ। ਚੇਂਜਸ ਤਾਂ ਆਈਆਂ ਨੇ ਪਹਿਲੇ ਦਿਨ ਤੋਂ ਹੁਣ ਤੱਕ, ਚਾਹੇ ਉਹ ਪੰਗਤ ਦੇ ਵਿੱਚ ਲੰਗਰ ਦੀ ਹੋਵੇ, ਲੰਗਰ ਛਕਣ ਦੀ ਹੋਵੇ, ਚਾਹੇ ਆਪਣੇ ਜਿਹੜੇ ਮੰਤਰੀ ਨੇ ਉਹਨਾਂ ਦੇ ਨਾਲ ਆਪਣੇ ਲੰਗਰ ਛਕਣ ਦੀ ਹੋਵੇ, ਕਾਫੀ ਕੁਝ ਜਿਹੜਾ ਫਰਕ ਤਾਂ ਪੈ ਰਿਹਾ ਸਮੇਂ ਨਾਲ। ਫਰਕ ਕਿਉਂਕਿ ਸਵਾਲ ਉਠਾਏ ਆ ਅਸੀਂ, ਤਾਂ ਫਰਕ ਪੈ ਰਿਹਾ ਨਾ। ਜੇ ਕੋਈ ਸਵਾਲ ਹੀ ਨਹੀਂ ਉਠਾਊਗਾ ਤਾਂ ਫਰਕ ਕਿਵੇਂ ਪੈਣਾ ਸੀ? ਫਿਰ ਤਾਂ ਮਨਮਰਜ਼ੀਆਂ ਹੁੰਦੀਆਂ ਸੀ। ਉਹ ਮਨਮਰਜ਼ੀਆਂ ਪਿੱਛੇ ਜਿਹੜੀ ਸੰਗਤ ਬੈਠੀ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ। ਅੱਜ ਸੰਗਤ ਸਵਾਲ ਪੁੱਛਦੀ ਆ, ਤੇ ਜਦੋਂ ਸਵਾਲ ਪੁੱਛੇ ਜਾਂਦੇ ਆ, ਸਵਾਲ ਫਿਰ ਜਦੋਂ ਪੁੱਛਦੇ ਆ ਫਿਰ ਵਿਰੋਧੀ ਵੀ ਸਮਝ ਲਿਆ ਜਾਂਦਾ ਜੇ ਸਵਾਲ ਪੁੱਛਦੇ ਆ ਕਈ ਵਾਰ। ਫਿਰ ਇਹ ਜਿਹੜੀ ਗੱਲ ਆ ਨਾ ਵੀ ਜੇ ਅਸੀਂ ਸਵਾਲ ਪੁੱਛਿਆ ਤੇ ਵਿਰੋਧੀ ਤੁਸੀਂ ਖਿਲਾਫਤ ਕਰਨ ਲੱਗ ਗਏ ਤੇ ਉੱਥੇ ਕੈਰੈਕਟਰ ਅਸੈਸੀਨੇਸ਼ਨ ਕਰਨ ਲੱਗ ਗਏ, ਹਨਾ। ਸੋ ਇਹ ਐਟੀਟਿਊਡ ਬੜਾ ਗਲਤ ਆ। ਅਦਰਵਾਈਜ਼ ਆਪਣਾ ਕੁਝ ਵੰਡਿਆ ਥੋੜੀ ਆ। ਸਾਡੇ ਉਹ ਮੇਰੇ ਜੇ ਮੈਂ ਆਪ ਕਹਾਂ ਤਾਂ ਬੜੇ ਸਤਿਕਾਰਯੋਗ ਆ ਸਾਰੇ ਕਿਸਾਨ। ਸਾਂਝੀ ਲੜਾਈ ਹੈ ਇੱਕ। ਹਾਂਜੀ, ਸਾਂਝੀ ਲੜਾਈ ਲੜੀ ਜਾਂਦੇ ਆ।
ਪਰਸਨਲੀ ਤਾਂ ਬਹੁਤ ਸਤਿਕਾਰਯੋਗ ਆ ਨਾ, ਅਦਰਵਾਈਜ਼ ਵੀ ਸਤਿਕਾਰ ਕਰਦੇ ਆ। ਮੈਂ ਅੱਜ ਤੱਕ ਕਿਸੇ ਦੇ ਖਿਲਾਫ ਜਾ ਕੇ ਕੋਈ ਮੇਰਾ ਬਿਆਨ ਕੱਢ ਦੋ ਕਿਤੋਂ ਵੀ, ਪਰ ਉਹ ਕਹਿੰਦੇ ਆਲੋਚਨਾ ਕਰਦੇ ਹੋ ਨਾ ਤੁਸੀਂ, ਆਲੋਚਨਾ ਜਿਹੜੀ ਹੈ ਵਾਰ-ਵਾਰ ਕਰਦੇ ਹੋ, ਕਿੰਨੀ ਵਾਰੀ ਉਦੋਂ ਜਦੋਂ ਸ਼ੰਭੂ ਮੋਰਚੇ 'ਚ ਉਦੋਂ ਵੀ ਕੀਤੀ ਜਾਂ ਹੁਣ ਵੀ ਕਰਦੇ ਹੋ ਵਾਰ-ਵਾਰ? ਬਾਈ ਜੀ ਆਲੋਚਨਾ ਕੀ ਆਪਾਂ ਕੀਤੀ? ਸਾਡੇ ਕਹਾਵਤ ਆ ਵੀ ਮੂੰਹ ਦਾ ਖਾਦਾ ਅੱਖਾਂ ਸ਼ਰਮਾਉਂਦੀਆਂ। ਜੇ ਤੁਸੀਂ ਉਹਨਾਂ ਨਾਲ ਜਾ ਕੇ ਪਹਿਲਾਂ ਪ੍ਰੀਤੀ ਭੋਜ ਕਰੋਗੇ ਤਾਂ ਮੇਰੀ ਤਾਂ ਸਿਰਫ ਇੰਨੀ ਹੋਈ ਤੁਹਾਨੂੰ ਬੇਨਤੀ ਸੀ ਵੀ ਆ ਪ੍ਰੀਤੀ ਭੋਜ ਬੰਦ ਕਰੋ ਜੀ, ਹਨਾ। ਆਪਦੇ ਤੁਸੀਂ ਪੌਣਿਆਂ 'ਚ ਬੰਨ੍ਹ ਕੇ ਰੋਟੀਆਂ ਲੈ ਕੇ ਜਾਓ। ਜਿੱਦਣ ਤੋਂ ਲੈ ਕੇ ਜਾਣ ਲੱਗੇ ਆ ਦੇਖੋ ਕਿੰਨੀ ਇੱਜ਼ਤ ਵਧੀ ਆ, ਔਰ ਹਰ ਵਾਰ ਇਸ ਗੱਲ ਤੇ ਹੁਣ ਤਾਂ ਸਰਕਾਰ ਸਾਡਾ ਲੰਗਰ ਆ ਕੇ ਛਕ ਰਹੀ ਆ। ਸੋ ਇਹ ਗੱਲਾਂ ਜਿਹੜੀਆਂ ਬੜਾ ਫਰਕ ਪਾਉਂਦੀਆਂ, ਇਸ ਕਰਕੇ ਕੁਝ ਨੁਕਤੇ ਹੁੰਦੇ ਆ ਪੋਲੀਟੀਕਲ ਡਿਪਲੋਮੈਸੀ ਦੇ ਵੀ, ਉਹ ਨੁਕਤੇ ਸਾਨੂੰ ਸਮਝਣੇ ਚਾਹੀਦੇ ਆ। ਹਾਲੇ ਹੋਰ ਬਹੁਤ ਲੋੜ ਹੈ ਜਿਹੜੀ ਰਣਨੀਤੀ ਘੜਨ ਦੀ, ਬਹੁਤ ਲੋੜ ਆ ਜੀ, ਬਿਲਕੁਲ, ਕਿਉਂਕਿ ਸਟੇਕਸ ਬੜੇ ਹਾਈ ਆ ਇਸ ਸੰਘਰਸ਼ ਦੇ, ਬਹੁਤ ਹਾਈ ਸਟੇਕਸ ਆ। ਤੇ ਜੇ ਅਸੀਂ ਰਣਨੀਤੀ ਨਹੀਂ ਘੜਾਂਗੇ, ਤੇ ਰਣਨੀਤੀ ਤਾਂ ਜਿਵੇਂ ਉਹ ਵੀ ਸਾਜ਼ਿਸ਼ਾਂ ਬਣਾਉਂਦੇ ਆ ਨਾ, ਰੋਜ਼ ਹੀ ਬਣਾਉਂਦੇ ਆ, ਸਾਡੀ ਰਣਨੀਤੀ ਵੀ ਫਿਰ ਉਸ ਹਿਸਾਬ ਨਾਲ ਘੜਨੀ ਪੈਂਦੀ ਆ। ਸੋ ਬੜਾ ਹਾਈ ਸਟੇਕਸ ਆ। ਹਾਂਜੀ, ਤਾਂ ਇਸ ਕਰਕੇ ਇਹ ਸਾਰੀਆਂ ਗੱਲਾਂ ਜ਼ਰੂਰੀ ਆ। ਬਹੁਤ ਧੰਨਵਾਦ ਦੀਪ ਸਿੱਧੂ ਜੀ ਸਮਾਂ ਦੇਣ ਦੇ ਲਈ। ਤਾਂ ਦੀਪ ਸਿੱਧੂ ਹੋਰਾਂ ਨਾਲ ਗੱਲਬਾਤ ਕੀਤੀ। ਸਭ ਤੋਂ ਬੜੀ ਗੱਲ ਜਿਹੜੀ ਉਹ ਕਹਿੰਦੇ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਤੇ ਜਿਸ ਢੰਗ ਦੇ ਨਾਲ ਮੀਟਿੰਗ ਹੁੰਦੀ ਹੈ ਉਹ ਲਾਈਵ ਹੋਣੀ ਚਾਹੀਦੀ ਹੈ, ਤੇ ਹੋਰ ਜਿਹੜੀਆਂ ਵੀ ਰਣਨੀਤੀ ਨਵੀਂ ਤੋਂ ਨਵੀਂ ਜਿਹੜੀ ਉਹ ਸਾਜ਼ਿਸ਼ਾਂ ਰਚ ਰਹੇ ਨੇ ਉਹਨਾਂ ਦੇ ਨਾਲ ਟੱਕਰ ਲੈਣ ਦੇ ਲਈ ਰਣਨੀਤੀ ਬਹੁਤ ਜ਼ਰੂਰੀ ਹੈ। ਸੰਗਤ ਦਾ ਇੱਕ ਜਿਹੜਾ ਸੰਗਤ ਚਾਹੁੰਦੀ ਹੈ ਜਾਂ ਉਹਨਾਂ ਦਾ ਜਿਹੜਾ ਸੁਝਾਅ ਹੈ ਉਹ ਜ਼ਰੂਰ ਲੈਣੇ ਚਾਹੀਦੇ ਨੇ। ਫਿਲਹਾਲ ਦੇਖਣਾ ਹੋਵੇਗਾ ਕਿਸਾਨ ਜਥੇਬੰਦੀਆਂ ਅੱਗੇ ਕੀ ਕੁਝ ਕਰਦੀਆਂ ਨੇ। 4 ਜਨਵਰੀ ਨੂੰ ਮੁੜ ਤੋਂ ਮੀਟਿੰਗ ਹੈ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।